Good morning, students. Now we will discuss the topic number 5th of 4th chapter. 4th chapter ਆਪਾਂ ਸਟਾਰਟ ਕੀਤਾ ਹੋਇਆ ਜਿਹਦਾ ਨਾਮ ਹੈ ਥਿਊਰੀ ਆਫ ਡਿਮਾਂਡ। ਅੱਜ ਆਪਾਂ ਉਹਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਸਟਾਰਟ ਕਰਨਾ ਜੋ ਕੀ ਆ ਲਾਅ ਆਫ ਡਿਮਾਂਡ, ਜਿਹਨੂੰ ਮੰਗ ਦਾ ਨਿਯਮ ਕਿਹਾ ਜਾਂਦਾ। ਠੀਕ ਹੈ, ਆਪਾਂ ਇਹ ਚੈਪਟਰ ਡਿਮਾਂਡ ਬਾਰੇ ਪੜ੍ਹ ਰਹੇ ਹਾਂ ਤੇ ਇਹਦਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਜੋ ਅਕਸਰ ਪੁੱਛਿਆ ਜਾਂਦਾ ਉਹ ਕੀ ਆ ਕਿ ਲਾਅ ਆਫ ਡਿਮਾਂਡ ਕੀ ਆ, ਵਟ ਇਜ਼ ਲਾਅ ਆਫ ਡਿਮਾਂਡ। ਦੇਖੋ, the law of demand explains the mutual relationship between the price and the quantity demanded of a commodity. ਕਲੀਅਰ। ਦੇਖੋ, ਆਪਾਂ ਪਹਿਲਾਂ ਵੀ ਕਿਹਦੇ ਬਾਰੇ ਪੜ੍ਹ ਰਹੇ ਹਾਂ, ਪ੍ਰਾਈਸ ਬਾਰੇ ਪੜ੍ਹ ਰਹੇ ਹਾਂ, ਠੀਕ ਹੈ, ਡਿਮਾਂਡ ਬਾਰੇ ਪੜ੍ਹ ਰਹੇ ਹਾਂ। ਤੇ ਇਹ ਵੀ ਲਾਅ ਕਿਹਦੇ ਬਾਰੇ ਐਕਸਪਲੇਨ ਕਰਦਾ, ਇਹ ਕਰਦਾ ਵੀ ਇਹ ਦਿਖਾਉਂਦਾ ਵਾ ਕਿ ਡਿਮਾਂਡ ਜਿਹੜਾ ਪ੍ਰਾਈਸ ਆ ਤੇ ਡਿਮਾਂਡ ਆ ਉਹਦੇ ਵਿੱਚ ਕੀ ਰਿਲੇਸ਼ਨਸ਼ਿਪ ਆ। ਠੀਕ ਹੈ, ਇਹ ਉਹਨੂੰ ਐਕਸਪਲੇਨ ਕਰਦਾ। ਤੁਸੀਂ ਇੱਥੇ ਇਹ ਯਾਦ ਰੱਖਣੀ ਆ ਗੱਲ ਕਿ ਜਿਹੜਾ ਲਾਅ ਆਫ ਡਿਮਾਂਡ ਆ ਉਹਦੇ ਵਿੱਚ ਦੋ ਹੀ ਚੀਜ਼ਾਂ ਲਈਆਂ ਜਾਂਦੀਆਂ ਸਿਰਫ, ਜਿਹਦੇ ਰਿਲੇਸ਼ਨਸ਼ਿਪ ਨੂੰ ਉਹ ਦਿਖਾਉਂਦਾ ਉਹ ਕੀ ਆ, ਇੱਕ ਤਾਂ ਪ੍ਰਾਈਸ ਆਫ ਅ ਕਮੋਡਿਟੀ ਐਂਡ ਦਾ ਕੁਆਂਟਿਟੀ ਡਿਮਾਂਡਡ ਆਫ ਅ ਕਮੋਡਿਟੀ। ਕਲੀਅਰ। ਇਸ ਤੋਂ ਅੱਗੇ ਅਕੋਰਡਿੰਗ ਟੂ ਦਿਸ ਲਾਅ, ਇਸ ਨਿਯਮ ਦੇ ਅਕੋਰਡਿੰਗ, ਇਸ ਲਾਅ ਦੇ ਅਕੋਰਡਿੰਗ ਕੀ ਕਹਿੰਦੇ ਆ ਇਹ, ਅਦਰ ਥਿੰਗਸ ਰਿਮੇਨਿੰਗ ਸੇਮ, ਬਾਕੀ ਸਾਰੀਆਂ ਚੀਜ਼ਾਂ ਕੀ ਆ ਸਮਾਨ ਰਹਿੰਦੀਆਂ, ਸਥਿਰ ਰਹਿੰਦੀਆਂ, ਕੌਨਸਟੈਂਟ ਰਹਿੰਦੀਆਂ, ਉਹਨਾਂ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ। ਸੋ ਦੇਰ ਇਜ਼ ਐਨ ਇਨਵਰਸ ਐਂਡ ਨੈਗੇਟਿਵ ਰਿਲੇਸ਼ਨਸ਼ਿਪ ਬਿਟਵੀਨ ਦਾ ਪ੍ਰਾਈਸ ਆਫ ਅ ਕਮੋਡਿਟੀ ਐਂਡ ਇਟਸ ਕੁਆਂਟਿਟੀ ਡਿਮਾਂਡਡ। ਜਿਵੇਂ ਆਪਾਂ ਅੱਗੇ ਵੀ ਪੜ੍ਹਿਆ ਵਾ, ਇਹ ਲਾਅ ਕੀ ਕਹਿੰਦਾ ਇਹਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਕੀ ਆ ਕੌਨਸਟੈਂਟ ਰਹਿੰਦੀਆਂ, ਉਹਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ, ਸਿਰਫ ਚੇਂਜ ਕਿਹਦੇ ਵਿੱਚ ਆਉਂਦਾ, ਪ੍ਰਾਈਸ ਵਿੱਚ ਆਉਂਦਾ। ਪ੍ਰਾਈਸ ਵਿੱਚ ਜਦੋਂ ਚੇਂਜ ਆਉਂਦਾ ਤੇ ਉਹਦੇ ਨਾਲ ਕੀ ਹੈ ਡਿਮਾਂਡ ਵਿੱਚ ਵੀ ਚੇਂਜ ਆਉਂਦਾ। ਉਹਨਾਂ ਦੇ ਵਿਚਕਾਰ ਸੰਬੰਧ ਨੂੰ ਦਿਖਾਉਂਦਾ ਜੋ ਕਿ ਸੰਬੰਧ ਇਹਨਾਂ ਦਾ ਇਨਵਰਸ ਹੁੰਦਾ ਤੇ ਨੈਗੇਟਿਵ ਹੁੰਦਾ। ਇਹਦੇ ਰਿਣਾਤਮਕ ਸੰਬੰਧ ਅਤੇ ਉਲਟੇ ਸੰਬੰਧ ਨੂੰ ਦਿਖਾਉਂਦਾ। ਦੇਖੋ, ਇਹਨਾਂ ਦਾ ਸੰਬੰਧ ਕੀ ਇਨਵਰਸ ਅਤੇ ਨੈਗੇਟਿਵ ਕਿਉਂ ਆ। ਆਪਾਂ ਨੂੰ ਪਤਾ ਵੀ ਕਿਸੇ ਵੀ ਚੀਜ਼ ਦਾ ਜਦੋਂ ਪ੍ਰਾਈਸ ਵੱਧ ਜਾਂਦਾ ਤਾਂ ਉਹਦੀ ਡਿਮਾਂਡ ਘਟ ਜਾਂਦੀ ਹੈ। ਜੇ ਪ੍ਰਾਈਸ ਜਿਹੜਾ ਕੀ ਹੈ ਘਟ ਜਾਂਦਾ ਤੇ ਡਿਮਾਂਡ ਵੱਧ ਜਾਂਦੀ ਹੈ। ਮਤਲਬ ਇੱਕ ਵਧਿਆ ਦੂਜਾ ਘਟਿਆ, ਜੇ ਇੱਕ ਘਟਿਆ ਦੂਜਾ ਵਧਿਆ, ਮਤਲਬ ਇਹਨਾਂ ਵਿੱਚ ਸੰਬੰਧ ਕੀ ਆ, ਇਨਵਰਸ ਆ। ਠੀਕ ਹੈ, ਇਨਵਰਸਲੀ ਰਿਲੇਸ਼ਨਸ਼ਿਪ ਆ ਇਹਨਾਂ ਵਿੱਚ। ਠੀਕ ਹੈ, ਤੇ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਵਿੱਚ ਨੈਗੇਟਿਵ ਸੰਬੰਧ ਆ, ਰਿਣਾਤਮਕ ਸੰਬੰਧ ਆ। ਇਸ ਤੋਂ ਅੱਗੇ ਦੇਖੋ, ਪ੍ਰੋਫੈਸਰ ਮਾਰਸ਼ਲ ਹੈਜ਼ ਕੰਪੇਅਰਡ ਦਾ ਰਿਲੇਸ਼ਨਸ਼ਿਪ ਬਿਟਵੀਨ ਪ੍ਰਾਈਸ ਐਂਡ ਡਿਮਾਂਡ ਵਿਦ ਸੀ ਸੌ ਗੇਮ। ਆਪਾਂ ਬਚਪਨ ਦੇ ਵਿੱਚ ਇੱਕ ਗੇਮ ਖੇਡਦੇ ਸੀ ਕਿ ਸੀ ਸੌ ਗੇਮ, ਮਤਲਬ ਉਹਦੇ ਵਿੱਚ ਕੀ ਹੁੰਦਾ ਸੀ, ਇੱਕ ਝੂਲਾ ਜਿਹਨੂੰ ਕਹਿ ਦਿੰਦੇ ਸੀ ਕਿ ਉਹਨੂੰ ਸੀ ਸੌ ਕਿਹਾ ਜਾਂਦਾ। ਇੱਕ ਸਾਈਡ ਤੇ ਇੱਧਰ ਬੱਚਾ ਬੈਠ ਜਾਂਦਾ ਸੀ ਤੇ ਇੱਕ ਸਾਈਡ ਤੇ ਇੱਧਰ। ਹੁਣ ਜੇ ਇਹ ਬੱਚਾ ਉੱਪਰ ਚਲਿਆ ਜਾਂਦਾ ਸੀ ਤਾਂ ਆਹ ਨੀਚੇ ਆ ਜਾਂਦਾ ਸੀ। ਠੀਕ ਹੈ, ਜੇ ਆਹ ਨੀਚੇ ਆਉਂਦਾ ਸੀ ਤਾਂ ਆਹ ਉੱਪਰ ਚਲਿਆ ਜਾਂਦਾ ਸੀ। ਇਸੇ ਤਰ੍ਹਾਂ ਕੀ ਆ, ਉਹਨੇ ਕਿਹਦੇ ਨਾਲ, ਜਿਹੜਾ ਪ੍ਰੋਫੈਸਰ ਮਾਰਸ਼ਲ ਆ ਉਹਨੇ ਡਿਮਾਂਡ ਤੇ ਪ੍ਰਾਈਸ ਨੂੰ ਕਿਹਦੇ ਨਾਲ ਕੰਪੇਅਰ ਕੀਤਾ, ਸੀ ਸੌ ਗੇਮ ਦੇ ਨਾਲ। ਇਹਦੇ ਵਿੱਚ ਕਿਉਂ, ਕਿਉਂਕਿ ਜਦੋਂ ਕੀ ਆ ਪ੍ਰਾਈਸ ਉੱਪਰ ਹੁੰਦਾ ਤਾਂ ਡਿਮਾਂਡ ਨੀਚੇ ਆ ਜਾਂਦੀ ਹੈ। ਠੀਕ ਹੈ, ਜੇ ਪ੍ਰਾਈਸ ਨੀਚੇ ਆ ਤਾਂ ਡਿਮਾਂਡ ਉੱਪਰ ਚਲੀ ਜਾਂਦੀ ਹੈ, ਤਾਂ ਹੀ ਇਹਨੂੰ ਸੀ ਸੌ ਗੇਮ ਦੇ ਨਾਲ ਕੰਪੇਅਰ ਕੀਤਾ ਪ੍ਰੋਫੈਸਰ ਮਾਰਸ਼ਲ ਨੇ। ਇਸ ਤੋਂ ਅੱਗੇ ਆਪਾਂ ਇਹਦੀ ਡੈਫੀਨੇਸ਼ਨ ਕਰਾਂਗੇ ਅਕੋਰਡਿੰਗ ਟੂ ਪ੍ਰੋਫੈਸਰ ਮਾਰਸ਼ਲ ਦੇ ਅਕੋਰਡਿੰਗ, ਦਾ ਅਮਾਊਂਟ ਡਿਮਾਂਡਡ increase with a fall in price and diminishes with the rise in price। ਕੀ ਕਹਿੰਦੇ ਆ ਮਾਰਸ਼ਲ ਦੇ ਅਕੋਰਡਿੰਗ, ਉਹ ਕੀ ਕਹਿੰਦੇ ਆ, ਇਸ ਨਿਯਮ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਆ ਕਿ ਜਦੋਂ ਕੀ ਆ ਕੀਮਤਾਂ ਘੱਟ ਹੁੰਦੀਆਂ ਤਾਂ ਉਦੋਂ ਕੀ ਆ ਲੋਕ ਜ਼ਿਆਦਾ ਕੀ ਆ ਚੀਜ਼ਾਂ ਖਰੀਦਦੇ ਆ, ਤੇ ਜਦੋਂ ਕਹਿੰਦੇ ਰਾਈਜ਼ ਇਨ ਪ੍ਰਾਈਸ, ਜਦੋਂ ਕੀਮਤਾਂ ਵੱਧ ਜਾਂਦੀਆਂ ਤਾਂ ਉਦੋਂ ਲੋਕ ਘੱਟ ਖਰੀਦਣਾ ਸ਼ੁਰੂ ਕਰ ਦਿੰਦੇ ਨੇ। ਠੀਕ ਹੈ, ਇਹ ਇਹਦੀ ਡੈਫੀਨੇਸ਼ਨ ਆ। ਇਸ ਤੋਂ ਅੱਗੇ ਐਕਸਪਲੇਨੇਸ਼ਨ ਆਫ ਦਿਸ ਲਾਅ, ਆਪਾਂ ਐਕਸਪਲੇਨ ਕਿਵੇਂ ਕਰਾਂਗੇ, ਇਹਦੀ ਵਿਆਖਿਆ ਕਿਵੇਂ ਕਰਾਂਗੇ ਲਾਅ ਦੀ। ਸਭ ਤੋਂ ਪਹਿਲਾਂ ਆਪਾਂ ਇਹਦੀ ਕੀ ਹੈ ਇੱਕ ਟੇਬਲ ਬਣਾਵਾਂਗੇ ਜਿਹਦੇ ਵਿੱਚ ਇੱਕ ਪਾਸੇ ਪ੍ਰਾਈਸ ਹੈ, ਇੱਕ ਪਾਸੇ ਡਿਮਾਂਡ ਆ। ਠੀਕ ਹੈ, ਕੋਈ ਵੀ ਵਸਤੂ ਆ, ਠੀਕ ਹੈ, ਜਿਵੇਂ ਜਿਵੇਂ ਉਹਦਾ ਪ੍ਰਾਈਸ ਕੀ ਆ ਵੱਧਦਾ ਜਾਊਗਾ ਉਹਦੀ ਡਿਮਾਂਡ ਘਟਦੀ ਜਾਊਗੀ। ਪਹਿਲਾ ਪ੍ਰਾਈਸ 10 ਸੀ, 20 ਸੀ, 30 ਸੀ, 40 ਸੀ, 50 ਸੀ। ਠੀਕ ਹੈ, ਵੱਧਦਾ ਗਿਆ ਪ੍ਰਾਈਸ। ਹੁਣ ਕੀ ਆ ਉਵੇਂ ਉਵੇਂ ਕੀ ਆ ਡਿਮਾਂਡ ਕੀ ਆ ਘਟੀ ਜਾਊਗੀ। ਆਪਾਂ ਪੜ੍ਹਿਆ ਕਿ ਇਹ ਲਾਅ ਕੀ ਕਹਿੰਦਾ, ਜਦੋਂ ਕੀ ਆ ਪ੍ਰਾਈਸ ਵੱਧਦਾ ਜਾਂਦਾ ਡਿਮਾਂਡ ਘਟਦੀ ਜਾਂਦੀ ਹੈ। ਸੋ ਇਦਾਂ ਹੀ ਹੋ ਰਿਹਾ, ਪ੍ਰਾਈਸ ਵੱਧ ਰਿਹਾ ਔਰ ਡਿਮਾਂਡ ਘਟਦੀ ਜਾ ਰਹੀ ਆ। ਜਦੋਂ ਪ੍ਰਾਈਸ 10 ਸੀ ਤਾਂ ਡਿਮਾਂਡ 5 ਸੀ, ਜਦੋਂ 20 ਹੋ ਗਈ ਤਾਂ ਡਿਮਾਂਡ ਘਟ ਕੇ 4 ਹੋ ਗਈ। ਠੀਕ ਹੈ, ਇਸੇ ਤਰ੍ਹਾਂ ਜਦੋਂ ਕੀ ਆ ਪ੍ਰਾਈਸ ਬਹੁਤ ਜ਼ਿਆਦਾ ਵੱਧ ਗਿਆ, 50 ਰੁਪਏ ਹੋ ਗਿਆ ਤਾਂ ਡਿਮਾਂਡ 1 ਕਿਲੋ ਹੀ ਰਹਿ ਗਈ। ਸੋ ਇਹਦੇ ਬੇਸ ਤੇ ਤੁਹਾਨੂੰ ਪਹਿਲਾਂ ਵੀ ਸਿਖਾਇਆ ਹੋਇਆ ਵੀ ਇਹਦੀ ਡਾਇਗਰਾਮ ਕਿਵੇਂ ਬਣਦੀ ਹੈ। ਸੇਮ ਉਦਾਂ ਹੀ ਕੁਆਂਟਿਟੀ ਲੈ ਲੈਣੀ ਹੈ, ਐਕਸ ਐਕਸਿਸ ਤੇ ਵਾਈ ਐਕਸਿਸ ਤੇ ਦਾ ਪ੍ਰਾਈਸ ਲੈ ਲੈਣਾ। ਠੀਕ ਹੈ, ਪ੍ਰਾਈਸ ਦੇਖੋ
कित्थों स्टार्ट होया 10 तो स्टार्ट हो के 50 तिक्कर ते जिहड़ी क्वांटिटी है वो 1 तो स्टार्ट हो के 5। इस तरह जदों ओहदा प्राइस की सी 10 रुपए सी तां डिमांड 5 किलो सी, ठीक है। इसे तरह जदों ओहदा प्राइस वध के 50 हो गया तां डिमांड की आ 1 रह गई। इस तरह आ वाले पॉइंट्स नूं मिला के आपां डी करव आ जिहड़ी ओह तैयार करदे आ, ठीक है। ये इहदी की सी डायग्राम। इस तो अगे आपां ये लॉ कंप्लीट कदों हुंदा इहदियां अजम्पशनस दे नाल। देखो हुण इहदियां आपां अजम्पशनस स्टार्ट करांगे। अजम्पशनस ऑफ द लॉ इहदियां की मानतावां की मन के चलना पवेगा आपां नूं भी ये लॉ आ जिहड़ा ओह की है एप्लीकेबल हो जाए, ठीक है, लागू हो जाए किसी भी चीज़ ते। देखो अजम्पशन करन तो पहले एक चीज़ समझो, ਆਪਾਂ ਪਹਿਲਾਂ पढ़िया सी कि किसी भी डिमांड नूं किसी वस्तु की डिमांड नूं बहुत सारे फैक्टर्स अफैक्ट करते हैं, ठीक है। बहुत सारे तत्त आ इहो जे जो उहनूं फैक्टर्स आ जो उहनूं प्रभावित करते हैं। सो आपां इहदे विच की आ लॉ दे विच आपां पहले ही पढ़ चुके हैं। इहदे विच आपां रिलेशन दिखाउणा डिमांड ते प्राइस विच। इस तो बिना जो भी बाकी चीज़ां आपां रिमेनिंग कॉन्सटेंट मानते हैं, आपां ओह आ वालियां चीज़ां मानते हैं भी इन्हां विच कोई चीज़ नहीं आ सकदा, ठीक है। सो अजम्पशनस दे विच भी आपां यही कहना, ठीक है, भी इन्हां चीज़ां दे विच की आ कोई भी चीज़ नहीं आऊगा, ये सेम रहणगियां, कॉन्सटेंट रहणगियां। सो फस्ट अजम्पशनस देखो इहदियां। देखो फस्ट आ नो चेंज इन टेस्ट एंड प्रैफरेंस ऑफ अ कंज्यूमर, ठीक है। कहंदे किहदे विच कोई चेंज नहीं आउंदा, टेस्ट दे विच ते प्रैफरेंस दे विच। अगे आ कंज्यूमर दी इनकम रिमेन्स फिक्सड एंड द कॉन्सटेंट, ठीक है। जिहड़ी कंज्यूमर दी इनकम आ, कंज्यूमर दी उपभोक्ता दी आमदन आ, वो की आ स्थिर रहिंदी है ते ओह एक थां ते फिक्स हुंदी आ। नो चेंज इन प्राइस ऑफ रिलेटेड गुड, ठीक है। आपां प्राइस ऑफ रिलेटेड गुड्स पढ़िया सी, उहदे विच भी कोई चेंज नहीं आउंदा। इस तो अगे नो चेंज इन साइज़ ऑफ पॉपूलेशन दे विच ना वाधा हुंदा ना घाटा हुंदा, उहदे विच भी कोई चेंज नहीं आउंदा। नो चेंज इन डिस्ट्रीब्यूशन ऑफ इनकम एंड वैल्थ, जिहड़ी इनकम ते वैल्थ की डिस्ट्रीब्यूशन की जाती है, उन्हां दी वंड की जाती है, उन्हां दे विच भी कोई चेंज नहीं आउंदा। नो चेंज इन द कंडीशन ऑफ क्लाइमेट वैदर सीजन में कोई नहीं बदलता, मौसम नहीं बदलता, ठीक है। किसी भी तरह का कोई भी चेंज नहीं आऊगा। नो एक्सपैक्टेशनस ऑफ एनी चेंज इन प्राइस ऑफ गुड इन द नीयर फ्यूचर, कहते नेड़े आने वाले फ्यूचर दे विच कहते कोई भी एक्सपैक्टेशन नहीं लगाई जा सकती कि प्राइस दे विच कोई चेंज आऊगा। सो इहदे विच भी कोई भी चेंज नहीं मन्निया जाता। नॉर्मल गुड्स एंड द नॉर्मल कंडीशनस, ठीक है, की है जो वस्तुआं खरीद रहे आ कंज्यूमर वो नॉर्मल ने, ठीक है, तो नॉर्मल कंडीशनस आ, कंडीशन भी नॉर्मल ने, किसी भी कोई भी तरह का कोई भी चेंज नहीं आता, ठीक है। इस तरह इहदियां अजम्पशनस सीगियां सारियां। इस तो अगे की आ अजम्पशनस आपां कंप्लीट कर रही हैं। लास्ट दे विच आपां लिखांगे कि मेन फाइंडिंग्स ऑफ लॉ ऑफ डिमांड। हुण आपां लॉ ऑफ डिमांड कंप्लीट कर लिया तो आपां इहदे चों की मेन फाइंडिंग कीतियां, की निचोड़ कड्ढे इस लॉ तो। देखो मंग दे नियम दे मुख निचोड़ की ने। प्राइस एंड डिमांड आर इनवर्सली रिलेटेड टू ईच अदर। वार वार चीज़ ये कही गई है कि डिमांड ते जिहड़े प्राइस आ उहदे विच की आ इनवर्स रिलेशनशिप आ, उल्टा संबंध आ, ठीक है। की आ जदों डिमांड वध जांदी आ, जदों प्राइस वध जांदा डिमांड घट जांदी है, ते जदों प्राइस घटदा डिमांड वध जांदी है, मतलब इन्हां विच संबंध उल्टा। इस तो अगे नैगेटिव रिलेशनशिप बिटवीन द प्राइस एंड डिमांड कॉज डिमांड कर्व टू स्लोप डाउन वर्ड्स, ठीक है। जिहड़ा मंग दा वक्र हेठां वल नूं झुकदा किहदे करके, क्योंकि इन्हां विच संबंध नैगेटिव आ। आपां दिखाउने आ, ठीक है, भी आ वाई एक्सिस आ, एक्स एक्सिस आ, ते जिहड़ी डिमांड करव इदां नूं बनदी है, ठीक है। इहदी स्लोप की है नैगेटिव हुंदी है, मतलब नीचे नूं आउंदी आ, ते इह की हुंदी है डाउनवर्ड हुंदी है, क्योंकि ये नीचे नूं आ रही है। डाउनवर्ड मतलब नीचे नूं आउणा। सो इहदा कारण की आ कि की आ इहदा कारण आ कि जदों प्राइस आ ते डिमांड आ, इहदा रिलेशन की है इहदे विच नैगेटिव आ, तां ही आ इहदा कारण की बनदा भी इहदी स्लोप आ डिमांड करव दी ओह की बन जांदी आ हेठां वल झुकी हुई बन जांदी आ। इस तो अगे देखो लास्ट वन इज द लॉ ऑफ डिमांड एक्सप्लेन्स ओनली द क्वालिटेटिव रिलेशनशिप बिटवीन द प्राइस एंड द डिमांड, ठीक है। जिहड़ा लॉ ऑफ डिमांड आ की एक्सप्लेन करदा, किहदी व्याख्या करदा, वो दसदा कि प्राइस ते जिहड़ा डिमांड दे विच रिलेशनशिप आ वो क्वालिटेटिव आ, गुणात्मक आ, क्वांटिटेटिव नहीं हैगा, ठीक है, मात्रात्मक नहीं हैगा। इहदे विच की आ क्वालिटेटिव रिलेशनशिप आ। सो अपना ये लॉ इत्थे ही फिनिश हो जांदा। थैंक यू स्टूडेंट्स।